आ देख रौनकां लाइयां ने अज चांदनियां मंगवाइयां ने भंग पी लई पौर शुदाइयां ने कलियां नू टिचर कीती है जो हथ कदी ना लाउंदे सी जो हथ कदी ना लाउंदे सी दूरों ही ना फरमाउंदे अज उन्हां ने भी पीती है चल नचिए नाच अनोखा चल नचिए नाचे अनोखा लेखा नू दे के धोखा ते रंग सुटिए फिकियां चावां ते कुछ गल करिए दिल भरियां दी जिंदा दिलियां नड़ भरियां दी दस्तखत करन हवावां। बिल्कुल डिफरेंट तुसी एक विमेन दी साइड लेके आए हो, एक डिफरेंट कॉन्सैप्ट लेके आए हो। कली जोटा क्यों तुहानू लग्या कि हाँ कर देना चाहिए मेरे लिए इस टाइम ये बेस्ट ऑप्शन है क्योंकि तुसी बड़े चूजी हो? अगर कंटेंट के पीछे कोई रीज़न या मतलब नहीं है तो सब चीज़ें फैंक हो जाती है, नकली हो जाती है, फिर आप धक्का मार रहे होते ज़बरदस्ती इन चीज़ों को। तो इस कहानी में वो सब चीज़ें हैं कि कंटेंट तो है ही है, कंटेंट के साथ एक मतलब है, एक मैसेज है, इसमें सब कुछ है। कट्टे सारे वाल, पता नहीं कितने हफ्ते में वाल नहीं धोए एंड इट वाज लाइक रियली मेरे लिए वाज रियली डिफिकल्ट। मेरे रूम विच संतोष जी ने एक ट्रेडमिल रखा सी, मेरे नाल कोई गल नहीं करता सी, रूम सर्विस में दस्या गया सी कि कोई खाना नहीं देना। मैं एक राइस केक ते एक 2 ब्लैक कॉफीज़ में भी ते थोड़ा थोड़ा पानी पींदी सी। सो बहुत वेट लूज किया तो फिर ਉਹਦੇ ਉੱਤੇ जो मैंटली आपदे आप ਨੂੰ टॉर्चर किया, जो मैथड एक्टिंग पहली बार मैं की लाइफ च। कुड़ी फुल ऑन कोशिश कर रही है अपनी फीलिंग्स नू बिना बोले दसन दी, ते तुसी संग के लागो लग रहे हो। सो दीदार ज़्यादा संगदा या सरताज ज़्यादा संगदा? ਮੈਨੂੰ ਲੱਗਦਾ ਮੈਨੂੰ ਇਹਨਾਂ ਨੇ ਸਿਲੈਕਟ ਹੀ ਤਾਂ ਕੀਤਾ ਸੀਗਾ ਕਿ ਯਾਰ ਇਦਾਂ ਦੇ ਸੋਹਣਾ ਸੰਗ ਲੱਗਦਾ ਮੁੰਡਾ ਕਿ ਯਾਰ ਇਹ ਠੀਕ ਹੈ ਇੰਨਾ ਕਿ ਹਨਾ। ਮੈਨੂੰ ਇਹੀ ਦੱਸਿਆ ਗਿਆ ਸੀ ਬੋਨ ਸਟਰਕਚਰ ਹੁੰਦਾ ਕਿਸੇ ਕੈਰੈਕਟਰ ਦਾ, ਤੇ ਜੇ ਤੁਸੀਂ ਉਹਨੂੰ ਫੜ ਲਓ, ਬੰਨ੍ਹ ਲਓ ਤੇ ਖੜਾ ਲਓ, ਇਹਦਾ ਮਤਲਬ ਕਿ ਫਿਰ ਤੁਸੀਂ ਬਲਿੰਕ ਵੀ ਕਰੋਗੇ ਤੇ ਉਹ ਸਰਤਾਜ ਨਹੀਂ ਹੋਗਾ, ਉਹ ਦੀਦਾਰ ਹੀ ਹੋਣਾ। ਸੋ ਆਈ ਥਿੰਕ ਥਰੂ ਆਊਟ ਉਹ ਜਰਨੀ ਰਹੀ ਹੈ ਇੱਦਾਂ। ਬਟ ਜਿੱਦਾਂ ਮੈਥਡ ਐਕਟਿੰਗ ਦੀ ਗੱਲ ਕਰਦੇ ਆ, ਮੇਰੇ ਲਈ ਉਹ ਥੋੜ੍ਹਾ ਜਿਹਾ ਟਫ ਆ। ਮੈਂ ਮਤਲਬ ਕਿ ਇਮੀਡੀਏਟਲੀ ਜਸਟ ਟੂ ਫੀਲ ਦੈਟ ਪਰਸਨ, ਚਲੋ ਜੀ ਇਨ ਖਤਮ, ਚਲੋ ਜੀ ਆਊਟ। ਸੋ ਉਹ ਥੋੜ੍ਹਾ ਜਿਹਾ ਜੋਵੀਅਲ ਰੱਖਣਾ ਵੀ ਪੈਂਦਾ ਓਬਵੀਅਸਲੀ। ਜੇ ਤੁਸੀਂ ਬਹੁਤ ਹੀ ਸੀਰੀਅਸ ਰੱਖੋਗੇ ਸਾਰਿਆਂ ਨੂੰ, ਮੇਰਾ ਤਾਂ ਪਹਿਲੇ ਇੰਨੀ ਜ਼ਿਆਦਾ ਪਰਸੈਪਸ਼ਨ ਖਰਾਬ ਆ ਕਿ ਅੱਛਾ ਇਹ ਪਤਾ ਨਹੀਂ ਬੋਲਦੇ ਕਿ ਨਹੀਂ, ਪਤਾ ਨਹੀਂ ਕਿਹੜੀ ਗੱਲ ਗੁੱਸੇ ਹੋ ਜਾਣਗੇ ਜਿਸ ਦੈਟ। ਸੋ ਜਿੱਦਾਂ ਤੁਹਾਡਾ ਇੱਕ ਔਰਾ ਹੈ ਨਾ, ਇੱਦਾਂ ਹੀ ਨੀਰੂ ਮੈਡਮ ਦਾ ਇੱਕ ਔਰਾ ਹੈ, ਮਤਲਬ ਸਭ ਨੂੰ ਲੱਗਦਾ ਕਿ ਹਾਂਜੀ ਇਹ ਨੀਰੂ ਬਾਜਵਾ ਹੈ, ਯੂ ਨੋ। ਸੋ ਉਹ ਨਹੀਂ, ਇਹ ਨੀਰੂ ਬਾਜਵਾ ਆ, ਇਹ ਨੀਰੂ ਬਹੁਤ ਸਾਰੇ ਆ, ਮੇਰੇ ਵਰਗਾ ਤਾਂ ਕਹੂਗਾ ਹਾਏ ਇਹ ਨੀਰੂ ਬਾਜਵਾ ਹੈ ਨਾ। ਸੋ ਇਹ ਆਪਸੀ ਕੰਪੈਟੇਬਿਲਿਟੀ ਜਿਹੜੀ ਸੀ, ਇਹਨੂੰ ਟਾਈਮ ਲੱਗਿਆ ਔਨ ਆਫ ਹੋਣ ਦੇ ਵਿੱਚ ਜਾਂ ਫਸਟ ਟੇਕ ਫਸਟ ਸ਼ਾਟ ਡਨ ਸੀਗਾ? ਸੰਤੋਸ਼ ਜੀ ਕੈਨ ਸੈਕੰਡ ਦਿਸ ਥਿੰਗ ਕਿ ਮੈਂ ਉਹਨੂੰ ਕਿਹਾ ਕਿ ਯਾਰ ਵੀ ਮੈਂ ਹੈ ਨਾ, ਇਟ ਵਾਸ ਵੈਰੀ ਇੰਟੀਮੇਟ ਕਾਈਂਡ ਆਫ ਸੀਨ ਐਂਡ ਸਿਟਿੰਗ ਐਂਡ ਲੁਕਿੰਗ ਈਚ ਅਦਰ and I told him that this was so you can say surreal, real and unreal to okay, surreal। ਸਾਈਕਲ ਯੂਜੂਅਲੀ ਤੁਸੀਂ ਤਾਂ ਇੱਦਾਂ ਚਲਾਉਂਦੇ ਹੋ, ਮੈਂ ਵੀ ਵੈਸੇ ਇੱਦਾਂ ਹੀ ਚਲਾਇਆ। ਇੱਦਾਂ ਵਾਲਾ ਆਈਡੀਆ ਕਿਹਦਾ ਹੈ ਸਰਤਾਜ ਜੀ? ਉਹ ਥੋੜਾ ਚੱਕਵਾ ਵੀ ਤਾਂ ਬਣਨਾ ਪੈਂਦਾ। ਉਹ ਜਿਹੜੀ ਦੌੜ ਦਾ ਸੀਨ ਆ, ਇਹਨਾਂ ਨੂੰ ਪੁੱਛੋ ਜਰਾ, ਇਹਨਾਂ ਨੇ ਮੈਨੂੰ ਕਿੰਨਾ ਕੁ ਦੌੜਾਇਆ। ਫੁੱਟਬਾਲ ਗਰਾਊਂਡ ਦੀਆਂ 25 ਗੇੜੇ ਲਗਵਾਤੇ, मजा आ रहा था आपको तो? ਨਹੀਂ ਤੁਹਾਨੂੰ ਆ ਰਿਹਾ ਸੀ ਕਿ ਇਹਨਾਂ ਨੂੰ ਆ ਰਿਹਾ ਸੀ? सबको आ रहा मेरे को। ਮੈਂ ਵੀ 16 ਕੁ ਗੇੜੇ ਲਾ ਕੇ ਮੈਂ ਕਿਹਾ ਹੁਣ ਵਾਰਮ ਅਪ ਹੋਏ ਆ, ਚਲੋ ਚਲੋ ਖੇਡੀਏ। ਨਾਲ ਜਿਹੜੇ ਕੋ ਐਕਟਰ ਸੀਗੇ, ਮੈਨੂੰ ਲੱਗਦਾ ਉਹ ਐਕਚੁਅਲੀ ਹਾਕੀ ਦੇ ਸਾਡੇ ਇੰਡੀਅਨ ਜੂਨੀਅਰ ਹਾਕੀ ਦੇ ਪਲੇਅਰ ਸੀ, ਕੋਈ ਨਿਊਜ਼ੀਲੈਂਡ ਤੋਂ ਸੀ, ਕੋਈ ਕੈਨੇਡਾ ਤੋਂ ਸੀਗਾ। ਤੇ ਉਹ ਕਹਿੰਦੇ ਭਾਜੀ ਯਾਰ ਅੱਛਾ ਕਮਾਲ, ਠੀਕ ਆ। ਮੈਂ ਕਿਹਾ ਕੋਈ ਨਹੀਂ, ਐ ਨਾ ਜਾਣੇ। ਤੁਹਾਨੂੰ ਕੀ ਲੱਗਦਾ ਉਹਨਾਂ ਕੁੜੀਆਂ ਦੇ ਲਈ ਜੋ ਜੀਣਾ ਚਾਹੁੰਦੀਆਂ ਨੇ ਪਰ ਇਹੋ ਜਿਹੇ ਆਸ-ਪਾਸ ਕਰਕੇ ਜੀ ਨਹੀਂ ਪਾ ਰਹੀਆਂ? ਮੈਨੂੰ ਪਤਾ ਜਦੋਂ ਮੈਂ ਵੀ ਪਹਿਲੀ ਵਾਰ ਇੰਡੀਆ ਜਾ ਰਹੀ ਸੀ ਤਾਂ ਮੇਰੇ ਮੰਮੀ ਡੈਡੀ ਦਾ ਕੀ ਹਾਲ ਸੀ, ਮਤਲਬ ਡਰੇ ਹੋਏ ਸੀ ਬਿਲਕੁਲ ਕਿ ਪਤਾ ਨਹੀਂ ਕੁੜੀ ਨੂੰ ਕਿੱਥੇ ਭੇਜ ਰਹੇ ਆ, ਬੰਬੇ ਕਿਸੇ ਨੂੰ ਜਾਣਦੇ ਨਹੀਂ, ਕੀ ਹੋਊਗਾ। ਐਂਡ ਆਬਵੀਅਸਲੀ ਕਿਉਂਕਿ ਉਹ ਇਸ ਸੋਸਾਇਟੀ ਨੂੰ ਬਿਲੋਂਗ ਕਰਦੇ ਆ, ਉਹਨਾਂ ਨੂੰ ਪਤਾ ਕਿ ਕੁੜੀਆਂ ਕੀ ਫੇਸ ਕਰਦੀਆਂ। ਸੂਨ ਐਜ਼ ਤੁਸੀਂ ਉਹ ਡਿਸੀਜਨ ਲੈ ਲੈਂਦੇ ਆ ਟੂ ਲੀਵ ਦਾ ਹਾਊਸ, ਬਿਕਮ ਇੰਡੀਪੈਂਡੈਂਟ, ਤੇ ਕੀ ਹੁੰਦਾ ਮਤਲਬ ਬੱਸ ਸਟਾਪ 'ਤੇ ਖੜੀ ਤੁਹਾਨੂੰ ਲੋਕੀ ਛੇੜ ਦਿੰਦੇ ਆ, ਤੁਹਾਨੂੰ ਗਲਤ ਨਜ਼ਰ ਨਾਲ ਦੇਖਦੇ ਆ। ਸੋ ਐਜ਼ ਸੂਨ ਐਜ਼ ਯੂ ਸਟੈਪ ਆਊਟ ਆਫ ਦਾ ਹਾਊਸ you're free target। So
मतलब एक बहुत सिंपल चीज़ है कि एक कुड़ी मेहनत करके कुछ बनना चाहती है बट कुछ स्टूपिड चीज़ां ਲਈ ਉਹ नहीं कर पाती या कोई ਉਹਨੂੰ ब्रेक डाउन ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ इन सोसाइटी हर मोड़ ਤੇ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰਨਗੇ if you're a strong personality। ਉਹ ਸਾਡੇ ਜਾਂ ਜਗ ਬੀਤੀ ਦੋਨਾਂ ਦੀ ਕੋਈ ਚੀਜ਼ ਸੀ ਜੋ ਉਸ ਟਾਈਮ ਸ਼ੂਟ ਕਰਦੇ ਟਾਈਮ ਰਾਬੀਆ ਦੇ ਅੰਦਰ ਇੱਕ ਫੀਲ ਲੈ ਕੇ ਆ ਰਹੀ ਸੀ। ਸੀ ਮੈਨੂੰ ਵੀ ਕਾਫੀਆਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਥਰੂਆਊਟ ਮਾਈ ਜਰਨੀ ਬਟ ਮੈਂ ਟੁੱਟੀ ਨਹੀਂ ਲੱਕਲੀ। I was very strong ਤੇ ਉਹ ਜਿਹੜਾ ਕਮਿਊਨੀਕੇਸ਼ਨ ਸੀ ਮੰਮੀ ਡੈਡੀ ਨਾਲ ਉਹ I could have that communication support system ਸੀ ਮੇਰੇ ਕੋਲ। ਆ ਦੇਖ ਰੌਣਕਾਂ ਲਾਈਆਂ ਨੇ ਅੱਜ ਚਾਨਣੀਆਂ ਮੰਗਵਾਈਆਂ ਨੇ ਭੰਗ ਪੀ ਲਈ ਪੌਰ ਸ਼ੁਦਾਈਆਂ ਨੇ ਕਲੀਆਂ ਨੂੰ ਟਿਚਰ ਕੀਤੀ ਏ ਜੋ ਹੱਥ ਕਦੀ ਨਾ ਲਾਉਂਦੇ ਸੀ ਜੋ ਹੱਥ ਕਦੀ ਨਾ ਲਾਉਂਦੇ ਸੀ ਦੂਰੋਂ ਹੀ ਨਾ ਫਰਮਾਉਂਦੇ ਸੀ ਅਜੇ ਉਹਨਾਂ ਨੇ ਵੀ ਪੀਤੀ ਏ ਚੱਲ ਨੱਚੀਏ ਨਾਚ ਅਨੋਖਾ। ਸੋ ਪਹਿਲੇ ਤੇ ਦੱਸੋ ਦੱਦੂ ਕਲੀ ਜਾਂ ਜੋਟਾ? जोटा कली ਸੋ ਇਹ ਗੇਮ ਇਸ ਕਰਕੇ ਕਿਉਂਕਿ ਤੁਸੀਂ ਮੌਕਾ ਦਿੱਤਾ ਖੇਡਣ ਦਾ ਤੇ ਜੋ ਵੀ ਸਵਾਲ ਮੈਂ ਪੁੱਛਾਂਗੀ ਤੁਸੀਂ ਜੋ ਫਰਸਟ ਮਾਈਂਡ ਦੇ ਵਿੱਚ ਆਏਗਾ ਉਹ ਦੱਸਣਾ। ਕਲੀ ਜੋਟਾ ਤੁਹਾਡੇ ਲਈ ਕੀ ਹੈ? कली जोटा मेरे लिए सब कुछ है, सपना है, प्यार है, सब कुछ है कली जोटा। ओके नीरू कली या जोटा? जोटा। ओके कली जोटा ਤੁਹਾਡੇ ਲਈ ਕੀ ਹੈ? मेरे लिए पैशन है। ओके कुछ भी कली या जोटा? ਕਲੀ क्या बात है। ओके कली जोटा की है? ਰੀਯੂਨੀਅਨ ਕਲੀ ਤੋਂ ਜੋਟਾ। ओके खेडिया नहीं किसी ने बचपन च? मैं खेडिया खेडिया ना बहुत खेडिया। तुसी? ਹਾਂ ਜੀ ਹਾਂਜੀ। ओके कली या जोटा? जोटा कली। ओके कैमरा थोड़े लिए की है? कैमरा एक जुबान है बेसिकली। कैमरा कहानी को अच्छे से नरेट करता है जी, क्योंकि जैसे बुक में लिखा जाता है और उसको पढ़ा जाता है। कैमरा एक ऐसी चीज़ है जो आप जो लिखते हो, जब आप जो बोलना चाहते हो उसको सही से दिखाता है जी, सही से समझाता है, उसको सही एक पोजीशन देता है, वो कैमरा है। क्योंकि लफ्ज़ों में बहुत सारी पोजीशन, बहुत सारी चीज़ें हैं जो आधी अधूरी रह जाती है, तो कैमरा उसको कंप्लीट करता है। क्या बात है। कली या जोटा? कली। हाँ राबिया दा कोई एक फेवरेट डायलॉग जो नीरू दा फेवरेट है? हाँ एक जिंदगी मौज नाल जीवांगे, हास्या नु खावांगे, खुशियां नु पीवांगे। ब्यूटीफुल। ये तो तुम्हारी असल जिंदगी दा मंत्र है। ओके कली या जोटा? ਜੋਟਾ। ओह नो। ओके कोई भी एक गाना जो इस टाइम ਤੁਹਾਡੇ ਜ਼ਿਹਨ ਦੇ ਵਿੱਚ ਚੱਲ ਰਿਹਾ ਹੈ ਆਲਰੇਡੀ? ਆ ਦੇਖ ਰੌਣਕਾਂ ਲਾਈਆਂ ਨੇ ਅੱਜ ਚਾਨਣੀਆਂ ਮੰਗਵਾਈਆਂ ਨੇ ਭੰਗ ਪੀ ਲਈ ਪੌਰ ਸ਼ੁਦਾਈਆਂ ਨੇ ਕਲੀਆਂ ਨੂੰ ਟਿਚਰ ਕੀਤੀ ਏ ਜੋ ਹੱਥ ਕਦੀ ਨਾ ਲਾਉਂਦੇ ਸੀ ਜੋ ਹੱਥ ਕਦੀ ਨਾ ਲਾਉਂਦੇ ਸੀ ਦੂਰੋਂ ਹੀ ਨਾ ਫਰਮਾਉਂਦੇ ਸੀ ਅਜੇ ਉਹਨਾਂ ਨੇ ਵੀ ਪੀਤੀ ਏ ਚੱਲ ਨੱਚੀਏ ਨਾਚ ਅਨੋਖਾ ਚੱਲ ਨੱਚੀਏ ਨਾਚ ਅਨੋਖਾ ਆਲੇ ਖਾਨੂੰ ਦੇ ਕੇ ਧੋਖਾ ਤੇ ਗਲ ਰੰਗ ਫਿੱਟੀਏ ਰੁਕਿਆ ਚਾਵਾਂ ਤੇ ਕੁਝ ਗੱਲ ਕਰੀਏ ਦਿਲ ਬਰੀਆਂ ਦੀ ਜ਼ਿੰਦਾ ਦਿਲੀਆਂ ਨਾਲ ਭਰੀਆਂ ਦੀ ਜੋ ਦਸਖਤ ਕਰਨਾ। ਵਾਹ ਕੀ ਬਾਤ ਹੈ। ਬਹੁਤ ਖੂਬ ਤੇ ਸਤਿ ਸ਼੍ਰੀ ਅਕਾਲ ਹੈ ਤੁਹਾਡਾ ਸਾਰਿਆਂ ਦਾ। ਤੇ ਅੱਜ ਇਹ ਜਿਹੜੀ ਇੰਟਰਵਿਊ ਹੈ ਬੇਸਿਕਲੀ ਇੰਟਰਵਿਊ ਨਹੀਂ, ਗੱਲਾਂ ਬਾਤਾਂ ਨੇ ਤੇ ਹਾਸੀਆਂ ਖੇਡੀਆਂ ਨੇ। ਨਾਮ ਤੋਂ ਕਲੀਅਰ ਹੋ ਚੁੱਕਿਆ ਕਲੀ ਜੋਟਾ ਫਿਲਮ ਆ ਰਹੀ ਹੈ। ਸੋ ਸਾਡੇ ਨਾਲ ਨੇ ਵਿਜੇ ਅਰੋੜਾ ਜੀ ਜੋ ਕੈਮਰੇ ਦੇ ਨਾਲ ਖੇਡਦੇ ਨੇ, ਇਮੋਸ਼ਨਸ ਦੇ ਨਾਲ ਖੇਡਦੇ ਨੇ, ਕਨਸੈਪਟਸ ਦੇ ਨਾਲ ਖੇਡਦੇ ਨੇ, ਯਾਨੀ ਕਿ ਸਾਡੇ ਦੱਦੂ। ਐਂਡ ਨੇ ਸਾਡੇ ਨਾਲ ਨੀਰੂ ਬਾਜਵਾ ਐਕਸਪ੍ਰੈਸ਼ਨਸ ਨਾਲ ਖੇਡਦੇ ਨੇ, ਦਿਲਾਂ ਨਾਲ ਖੇਡਦੇ ਨੇ, ਖੂਬਸੂਰਤੀ ਨਾਲ ਖੇਡਦੇ ਨੇ ਤੇ ਅਦਾਕਾਰੀ ਨਾਲ ਖੇਡਦੇ ਨੇ, ਯਾਨੀ ਕਿ ਰਾਬੀਆ। ਤੇ ਉਹ ਜਿਹੜੇ ਸਰਗਮਾਂ ਨਾਲ ਖੇਡਦੇ ਨੇ, ਸੁਰਾਂ ਨਾਲ ਖੇਡਦੇ ਨੇ ਔਰ ਗਾਇਕੀ ਨਾਲ ਸਭ ਦੇ ਦਿਲਾਂ ਤੇ ਜਾਦੂ ਬਣਾਏ ਰੱਖਦੇ ਨੇ, ਦਿਦਾਰ ਯਾਨੀ ਕਿ ਸਰਤਾਜ ਗਿੱਲ ਜੀ। ਸਤਿ ਸ਼੍ਰੀ ਅਕਾਲ ਇਹਨਾਂ ਨੂੰ। ਸੋ ਪਹਿਲੇ ਤਾਂ ਬਹੁਤ ਸਵਾਗਤ ਹੈ ਔਰ ਬਹੁਤ ਜ਼ਿਆਦਾ ਤੁਹਾਨੂੰ ਬੈਸਟ ਵਿਸ਼ੇਸ ਨੇ ਇੰਨੇ ਸੋਹਣੇ ਕਨਸੈਪਟ ਦੇ ਲਈ। ਤੇ ਦੱਦੂ ਤੁਹਾਡੇ ਤੋਂ ਸਟਾਰਟ ਕਰੀਏ। एंड दिस इज कामायनी who is hosting. यस थैंक यू सो मच। सर जी से स्टार्ट करिए, उनके पास अल्फाज बहुत अच्छे हैं। चलो सर से स्टार्ट कर लेते हैं। उधर से ਮੈਨੂੰ ਕਨੂੰ ਕਨਫਿਊਜ਼ ਕਰੀ ਜਾਂਦੇ ਹੋ। पहले उधर से। ਓਕੇ ਸੋ ਦੱਦੂ ਤੁਸੀਂ ਕਹਿੰਦੇ ਹੋ ਵੀ ਜਿਹੜਾ
ਕੰਟੈਂਟ ਹੈ ਤੁਹਾਨੂੰ ਉਹਦੇ ਨਾਲ ਖੇਡਣਾ ਪਸੰਦ ਹੈ ਕਿਉਂਕਿ ਕੈਮਰਾ ਐਂਗਲਸ ਔਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਦਿਲ ਦੇ ਵਿੱਚ ਹੈਗੀਆਂ ਨੇ। ਸੋ ਕਲੀ ਜੋਟਾ ਜੋ ਹੈ ਬਿਲਕੁਲ ਡਿਫਰੈਂਟ, ਤੁਸੀਂ ਇੱਕ ਵਿਮਨ ਦੀ ਸਾਈਡ ਲੈ ਕੇ ਆਏ ਹੋ, ਇੱਕ ਡਿਫਰੈਂਟ ਕਨਸੈਪਟ ਲੈ ਕੇ ਆਏ ਹੋ। ਕਲੀ ਜੋਟਾ ਕਿਉਂ ਤੁਹਾਨੂੰ ਲੱਗਿਆ ਕਿ ਹਾਂ ਕਰ देना चाहिए है, मेरे लिए इस टाइम ये बेस्ट ऑप्शन है क्योंकि तुसी बड़े चूजी हो? नहीं, डिफरेंट नहीं, ये आम जिंदगी के साथ जुड़ी हुई चीज़ें हैं। ऐसा कुछ नहीं कि जो मतलब कहीं अलग से कहानी आई है, किसी और जगह से आई है। ये आम हम लोगों के बीच की कहानी है। तो बट इसको बहुत ज़्यादा दिखाया नहीं गया या बहुत ज़्यादा इसको पिक्चराइज नहीं किया गया। तो एक अच्छा आइडिया है, मतलब कुछ भी बात बोलो तो उस बात के पीछे मतलब होना चाहिए, बात करने का कुछ रीज़न होना चाहिए। तो मेरे को वो अच्छा लगता है कि अगर कंटेंट है तो कंटेंट के पीछे अगर कोई मतलब है, कोई रीज़न है तो ज़्यादा मज़ा आता है। तो फिर हंसाने का भी मज़ा आएगा, रुलाने का भी मज़ा आएगा। तो अगर कंटेंट के पीछे कोई रीज़न या मतलब नहीं है तो सब चीज़ें फेंक हो जाती, नकली हो जाती है, फिर आप धक्का मार रहे होते ज़बरदस्ती उन चीज़ों को। तो इस कहानी में वो सब चीज़ें हैं कि कंटेंट तो है ही है, कंटेंट के साथ एक मतलब है, एक मैसेज है, उसमें सब कुछ है। ਤੁਹਾਨੂੰ खुद ਨੂੰ ट्रेलर देख के लग्या कि हाय ये तो कुछ भी नहीं हैगा, हजे तो बड़ा कुछ हो रहा है? खुद ਨੂੰ फील आया ये वाला? हाँ, खुद ऐसा तो नहीं है, खुद को फील आया क्योंकि फिल्म बनाई है, पता तो है फिल्म में ये है ये है ये है ऐसा। बट ट्रेलर निकालते हुए थोड़ा टेंशन थी कि ये दिखाएं या ना दिखाएं, मतलब क्या होगा, अच्छा होगा बुरा होगा, क्योंकि पंजाब अभी भी रीजनल जिस तरह से है, कुछ चीज़ें एक्सेप्ट होती हैं कुछ नहीं होती है। तो उस चीज़ का डर तो रहता है दिल दिमाग में कि ये एक्सेप्ट कितना होगा या कितना समझा जाएगा। तो स्टिल मैं वापस बोल रहा हूँ, ये एक एंटरटेनिंग फिल्म है कि आप हंसोगे, रोओगे, समझोगे, उसको समझने की कोशिश करोगे, उससे बात करोगे फिल्म से। आप अगर फिल्म से बात कर सकते हो, उसको समझ सकते हो तो बहुत बड़ी बात है। 2 घंटा आपका पता नहीं चलेगा आपका कहाँ, मतलब आप एंजॉय करोगे। दद्दू तू ही ट्रेलर 'ਚ ਹੀ कमाल करती है, कादी टेंशन है? ट्रेलर के बाद बहुत कुछ है, ट्रेलर में तो कुछ भी नहीं है। ओके, मैं वही किया ना कि मतलब इदा ਤੁਹਾਨੂੰ ਲੱਗਿਆ ਹੋਏਗਾ। सो राबिया, मतलब ਮੈਨੂੰ ਲੱਗਦਾ ਹੈ ਕਿ ਕੋਈ ਵੀ ਆਰਟਿਸਟ ਜਦੋਂ ਕੋਈ ਵੀ ਕਰੈਕਟਰ ਕਰਦਾ ਹੈ ਤੇ ਮੈਂਟਲ ਐਂਡ ਫਿਜ਼ੀਕਲ ਦੋਨੋਂ ਤਰ੍ਹਾਂ ਦੀਆਂ ਟਰਾਂਸਫਾਰਮੇਸ਼ਨਸ ਹੁੰਦੀਆਂ ਨੇ। ਅਸੀਂ ਰਾਬੀਆ ਦੀ ਟਰਾਂਸਫਾਰਮੇਸ਼ਨ ਦੋਨੋਂ ਹੀ ਵੇਖੀਆਂ ਨੇ, ਬਟ ਨੀਰੂ ਤੁਹਾਡੇ ਲਈ ਬਹੁਤ ਅਲੱਗ ਇੱਕ ਇਹ ਹੈਗਾ ਕਿਉਂਕਿ ਅਸੀਂ ਟ੍ਰੇਲਰ 'ਚ ਦੇਖਿਆ ਇੱਕਦਮ ਹੱਸਦੀ ਖੇਡਦੀ ਚਹਿਕਦੀ ਨੀਰੂ, ਮਤਲਬ ਰਾਬੀਆ ਇੱਕ ਡਿਫਰੈਂਟ ਜ਼ੋਨ 'ਚ ਚਲੀ ਜਾਂਦੀ ਹੈ। ਸੋ ਤੁਹਾਡੇ ਲਈ ਆਈ ਮੀਨ ਇਹ ਟਰਾਂਸਫਾਰਮੇਸ਼ਨਸ ਕਿਸ ਤਰ੍ਹਾਂ ਤੁਸੀਂ ਹੈਂਡਲ ਕੀਤੀਆਂ ਨੇ ਔਰ ਕਿੰਨਾ ਟਾਈਮ ਲੱਗਿਆ ਔਰ ਕੀ ਇਹ ਕਿੰਨਾ ਕੁ ਚੈਲੰਜਿੰਗ ਸੀ? ਓਬਵੀਅਸਲੀ ਵੈਲ ਆਈ ਥਿੰਕ ਅਸੀਂ ਸੈਕੰਡ ਹਾਫ ਪਹਿਲਾਂ ਸ਼ੂਟ ਕੀਤਾ ਸੀ ਨਾ। उल्टा किया हमने, रिवर्स किया। हाँ, सो शूटिंग तो ਅਸੀਂ रिवर्स की थी। बेसिकली इसमें 2 नहीं है, इसमें 3 है। नॉर्मली स्टैंडर्ड क्या होता है, 2 स्टेप होते हैं, हैप्पी एंड सैड। इसमें जर्नी है उस स्टेप की कि 1 2 3, जो अभी आपने बोला कि 2 स्टेप हैं, 2 नहीं है, ज़्यादा है। तो जो आपको फिल्म में दिखेंगे प्रोग्रेशन जो बिल्कुल एंड है वो हमने वो ਅਸੀਂ ਪਹਿਲਾਂ ਸ਼ੂਟ ਕੀਤਾ ਸੀ। ਤਾਂ ਉਹਦੇ ਲਈ ਬਿਲਕੁਲ ਹੀ ਮਤਲਬ ਉਹ ਚਲੋ ਹੁਣ ਤਾਂ ਦੇਖ ਵੀ ਚੁੱਕੇ ਤੇ ਉਹ ਬੈਠੀਆਂ ਉੱਥੇ, ਤਾਂ ਉਹਦੇ ਲਈ ਮੈਨੂੰ ਬਹੁਤ weight lose ਕਰਨਾ ਪਿਆ। ਮੈਂ ਆਪਦੇ ਵਾਲ ਵੀ ਪਹਿਲਾਂ ਅਸੀਂ ਵਿਗ ਲਗਾ ਰਹੇ ਸੀ ਤਾਂ ਉਹ ਬਹੁਤ ਨਕਲੀ ਲੱਗ ਰਿਹਾ ਸੀ ਮੈਨੂੰ, ਤਾਂ ਫਿਰ ਮੈਂ ਆਪਦੇ ਵਾਲ ਮਤਲਬ ਮੈਂ ਕਿਹਾ ਕੈਂਚੀ ਦੋ, ਕੱਟੇ ਸਾਰੇ ਵਾਲ, ਤੇ ਪਤਾ ਨਹੀਂ ਕਿੰਨੇ ਹਫ਼ਤੇ ਮੈਂ ਵਾਲ ਨਹੀਂ ਧੋਏ। ਐਂਡ ਇਟ ਵਾਜ਼ ਲਾਈਕ ਰੀਅਲੀ ਮੇਰੇ ਲਈ ਵਾਜ਼ ਰੀਅਲੀ ਡਿਫਿਕਲਟ। ਮੇਰੇ ਰੂਮ ਵਿੱਚ ਸੰਤੋਸ਼ ਜੀ ਨੇ ਇੱਕ ਟ੍ਰੈਡਮਿਲ ਰੱਖਿਆ ਸੀ, ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਸੀ। ਰੂਮ ਸਰਵਿਸ ਨੂੰ ਦੱਸਿਆ ਗਿਆ ਸੀ ਕਿ ਕੋਈ ਖਾਣਾ ਨਹੀਂ ਦੇਣਾ। ਮੈਂ ਇੱਕ ਰਾਈਸ ਕੇਕ ਅਤੇ ਇੱਕ 2 ਬਲੈਕ ਕੌਫੀਜ਼ ਮੇ ਬੀ ਅਤੇ ਥੋੜ੍ਹਾ ਪਾਣੀ ਪੀਂਦੀ ਸੀ। ਸੋ ਬਹੁਤ ਵੇਟ ਲੂਜ਼ ਕੀਤਾ, ਅਤੇ ਫਿਰ ਉਹਦੇ ਉੱਤੇ ਜੋ ਮੈਂਟਲੀ ਆਪਦੇ ਆਪ ਨੂੰ ਟੌਰਚਰ ਕੀਤਾ, ਜੋ ਮੈਥਡ ਐਕਟਿੰਗ ਪਹਿਲੀ ਵਾਰ ਮੈਂ ਕੀਤੀ ਲਾਈਫ 'ਚ, ਬਹੁਤ ਹੀ ਡਿਪਰੈਸਿੰਗ ਐਂਡ ਨੈਗੇਟਿਵ ਸਟੋਰੀ ਸੁਣੀ, ਮਿਊਜ਼ਿਕ ਸੁਣਿਆ। ਐਂਡ ਜਦੋਂ ਉਹ ਅਸੀਂ ਸ਼ੂਟ ਕੀਤਾ ਤਾਂ ਸਾਰੇ ਮੇਰੇ ਕੋਸਟਾਰਸ ਨੇ ਬਹੁਤ ਮਤਲਬ ਜਦੋਂ ਵੀ ਸੈੱਟ 'ਤੇ ਆਉਂਦੇ ਸੀ ਤਾਂ ਨੋਬਡੀ ਯੂਜ਼ ਟੂ ਸਪੀਕ, ਮਤਲਬ ਮੈਨੂੰ ਹੈਲੋ ਵੀ ਨਹੀਂ ਕਹਿੰਦੇ ਸੀ ਕਿਉਂਕਿ ਮੈਂ ਆਈ ਵਾਜ਼ ਇਨ ਅ ਡਿਫਰੈਂਟ ਜ਼ੋਨ। ਅਤੇ ਦਾਦੂ ਨੇ ਵੀ ਇੱਕ ਕੰਪਲੀਟ ਇੱਕ ਐਟਮੋਸਫੇਅਰ ਆਏ ਬਣਾ ਕੇ ਰੱਖਿਆ ਸੀ ਮੇਰੇ ਲਈ ਤਾਂ ਕੋਈ ਮੈਨੂੰ ਡਿਸਟਰਬ ਨਾ ਕਰੇ, ਕੋਈ ਕੁਛ ਮੈਨੂੰ ਉਸ ਜ਼ੋਨ ਦੇ ਵਿੱਚ ਕੋਈ ਕੱਢ ਨਾ ਪਾਵੇ। ਸੋ ਇਟ ਵਾਜ਼ ਮੈਂਟਲੀ ਐਂਡ ਫਿਜ਼ੀਕਲੀ ਮੇਰੇ ਲਈ ਬਹੁਤ ਚੈਲੰਜ। ਅਤੇ ਇਹ ਕਿੰਨੇ ਕੁ ਦਿਨਾਂ ਦਾ ਇਹ ਵਾਲਾ ਸਕੈਡਿਊਲ ਤੁਹਾਡਾ ਜਿਹੜਾ ਸੀਗਾ? 3 ਵੀਕਸ। ਹਾਂ 3 ਵੀਕ 3 ਹਫ਼ਤੇ। ਅਤੇ ਤੁਸੀਂ ਫਿਰ ਨੀਰੂ ਬਣ ਕੇ ਘਰਦਿਆਂ ਨਾਲ ਡੀਲ ਕਰਦੇ ਸੀ ਜਾਂ ਰਾਬੀਆ ਦੇ ਫੋਰਮ 'ਚ ਹੀ ਰਹੇ ਹੋ ਐਕਚੁਅਲ? ਨਹੀਂ ਐਕਚੁਅਲੀ ਫੈਮਿਲੀ ਬਹੁਤ ਹੀ ਜ਼ਿਆਦਾ ਅੰਡਰਸਟੈਂਡਿੰਗ ਆ। ਸੋ ਉਸ ਟਾਈਮ ਬਸ 1-2 ਗੱਲਾਂ ਕਰਕੇ ਉਹ ਫੋਨ ਰੱਖ ਦਿੰਦੇ ਹੁੰਦੇ ਸੀ। ਐਂਡ ਮਾਈ ਹਸਬੈਂਡ ਲਾਈਕ ਮੰਮੀ ਨੂੰ ਡਿਸਟਰਬ ਨਹੀਂ ਕਰਨਾ ਰਾਈਟ ਨਾਓ। ਸੋ ਉਹ ਮੇਰੀ ਬੱਚੀਆਂ ਬਹੁਤ ਹੀ ਸਮਝਦਾਰ ਨੇ, ਦੇ ਨੋ ਵਟ ਆਈ ਐਮ ਡੂਇੰਗ ਐਂਡ ਇਟਸ ਸੀਰੀਅਸ ਬਿਜ਼ਨਸ। ਸੋ ਸਾਰੇ ਅੰਡਰਸਟੈਂਡ ਕਰਦੇ ਆ, ਐਂਡ ਜੋ ਨਹੀਂ ਕਰਦਾ ਦੈਨ ਆਈ ਡੋਂਟ ਥਿੰਕ ਦੇਰ ਰੀਅਲ ਫਰੈਂਡਸ ਔਰ ਫੈਮਿਲੀ। ਨਹੀਂ ਬਟ ਸੀਰੀਅਸਲੀ ਸੈਲਿਊਟ
ਤੁਸੀਂ ਜਿਸ ਤਰ੍ਹਾਂ ਅਸੀਂ ਤੁਹਾਨੂੰ ਵੱਖ-ਵੱਖ ਕਿਰਦਾਰਾਂ 'ਚ ਦੇਖ ਰਹੇ ਹਾਂ, ਲੇਕਿਨ ਇਸ ਫਿਲਮ ਦੇ ਟ੍ਰੇਲਰ ਨੇ ਆਈ ਐਮ ਸ਼ੋਰ ਤੁਸੀਂ ਹੁਣ ਤੱਕ ਟ੍ਰੇਲਰ ਤੋਂ ਬਹੁਤ ਜ਼ਿਆਦਾ ਰਿਸਪੌਂਸ ਤੁਹਾਨੂੰ ਆਲਰੇਡੀ ਮਿਲ ਚੁੱਕਿਆ ਹੋਏਗਾ। ਇਟਸ ਓਵਰਵੈਲਮਿੰਗ ਜੋ ਸਾਨੂੰ ਪਿਆਰ ਤੇ ਰਿਸਪੌਂਸ ਮਿਲਿਆ ਹੈ ਟ੍ਰੇਲਰ ਲਈ, ਕਿਉਂਕਿ ਓਨੈਸਟਲੀ ਮੈਂ ਬਹੁਤ ਨਰਵਸ ਸੀ ਕਿਉਂਕਿ ਪਤਾ ਨਹੀਂ ਲੱਗਦਾ ਕਿ ਲਾਈਕ ਆਈ ਡੋਨਟ ਨੋ ਆਡੀਅנס ਐਕਸੈਪਟ ਕਰੂਗੀ ਨਹੀਂ ਕਰੂਗੀ, ਪਰ ਜਿਸ ਤਰ੍ਹਾਂ ਮਤਲਬ ਟ੍ਰੇਲਰ ਨੂੰ ਹਰ ਇੱਕ ਗਾਣੇ ਨੂੰ ਹਰ ਇੱਕ ਚੀਜ਼ ਨੂੰ ਐਕਸੈਪਟ ਕੀਤਾ, ਇਟਸ ਓਵਰਵੈਲਮਿੰਗ। ਦੈਟਸ ਗੁੱਡ। ਤੇ ਦੀਦਾਰ ਜੀ, ਮਤਲਬ ਅਸੀਂ ਤੁਹਾਨੂੰ ਅਸਲ 'ਚ ਵੀ ਯੂਜੂਅਲੀ ਉੱਦਾਂ ਦੇਖਦੇ ਹਾਂ, ਮੈਂ ਹੁਣੇ ਸੁਣਿਆ ਹੈ ਕਿ ਤੁਸੀਂ ਸੈੱਟ 'ਤੇ ਬਹੁਤ ਇੱਕ ਅੱਛਾ ਇੱਕ ਫਨ ਕ੍ਰੀਏਟ ਕਰਕੇ ਰੱਖਦੇ ਹੋ, ਹਾਸਾ ਮਜ਼ਾਕ ਕਰਦੇ ਰਹਿੰਦੇ ਹੋ, ਇੱਦਾਂ ਨਹੀਂ ਰਹਿੰਦੇ ਹੋ ਜਿੱਦਾਂ ਸਾਨੂੰ ਦਿਖਦੇ ਹੋ, ਜਿੱਦਾਂ ਫਿਲਮ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕੁੜੀ ਫੁੱਲ ਔਨ ਕੋਸ਼ਿਸ਼ ਕਰ ਰਹੀ ਹੈ ਆਪਣੀਆਂ ਫੀਲਿੰਗਸ ਨੂੰ ਬਿਨਾਂ ਬੋਲੇ ਦੱਸਣ ਦੀ, ਤੇ ਤੁਸੀਂ ਸੰਗ ਕੇ ਲਾਗੋ ਲੱਗ ਰਹੇ ਹੋ। ਸੋ ਦੀਦਾਰ ਜ਼ਿਆਦਾ ਸੰਗਦਾ ਜਾਂ ਸਰਤਾਜ ਜ਼ਿਆਦਾ ਸੰਗਦਾ? ਮੈਨੂੰ ਲੱਗਦਾ ਮੈਨੂੰ ਇਹਨਾਂ ਨੇ ਸਿਲੈਕਟ ਹੀ ਤਾਂ ਕੀਤਾ ਸੀਗਾ ਕਿ ਯਾਰ ਇਦਾਂ ਸੋਹਣਾ ਸੰਗ ਲੱਗਦਾ ਮੁੰਡਾ ਕਿ ਯਾਰ ਇਹ ਠੀਕ ਹੈ ਇੰਨਾ ਕਿ ਹਨਾ, ਹੋਰ ਕੋਈ ਸੰਗੂਗਾ ਤਾਂ ਨਕਲੀ ਲੱਗੂਗਾ। ਸੋ ਦੀਦਾਰ ਤੇ ਸਰਤਾਜ ਆਪੋਜੀਸ਼ਨਸ ਜਿਹੜੇ ਫੈਕਟਰਸ ਨੇ ਉਹ ਕੀ ਨੇ ਬੇਸਿਕਲੀ? ਮੈਨੂੰ ਨਹੀਂ ਲੱਗਦਾ ਆਪੋਜੀਸ਼ਨਸ ਹੈਗੀਆਂ ਜ਼ਿਆਦਾ, ਸਿਮਿਲੈਰਿਟੀਜ਼ ਹੀ ਹੈ ਮੈਜੋਰਿਟੀ ਆਫ ਇਟ। ਉਹ ਤੇ ਪਤਾ ਲੱਗਾ। ਹਾਂ, ਤੇ ਉਹੀ ਇੰਟਰੋਵਰਟ, ਲੈਸ ਸਪੀਕਿੰਗ, ਸ਼ਾਈ ਬਟ ਸੈਂਸਿਟਿਵ ਸਮਹਾਓ ਔਨ ਅ ਪੁਆਇੰਟ, ਕਨਵੇ ਨਹੀਂ ਕਰ ਪਾਉਣਾ ਟਾਈਮਲੀ, ਤੇ ਫਿਰ ਜਦੋਂ ਡੈਮੇਜ ਹੋ ਜਾਣਾ ਫਿਰ ਉਹਦੇ ਲਈ ਛਟਪਟਾਉਣਾ ਕਿ ਉਹ ਵਟ ਹੈਪਨ ਦਿਸ ਐਂਡ ਦੈਟ। ਸੋ ਦਿਸ ਸੋਰਟ ਆਫ ਥਿੰਗਸ ਕਿ ਓਬਵੀਅਸਲੀ ਤੁਸੀਂ ਫੀਲ ਕਰ ਲੈਂਦੇ ਆ। ਡਿਮੀਨਰ ਤੁਹਾਡਾ ਜਿਸ ਤਰ੍ਹਾਂ ਦਾ ਹੁੰਦਾ, ਬੀਇੰਗ ਹਿਊਮਨ, ਨਰਿਸ਼ਿੰਗ ਦਾ ਵੀ ਫਰਕ ਹੁੰਦਾ ਓਬਵੀਅਸਲੀ, ਤੁਹਾਡੇ ਜ਼ੋਨ ਦਾ ਵੀ, ਜੋ ਸੋਸ਼ਲ ਆਸਪੈਕਟਸ ਦਾ ਵੀ, ਸਾਰੀਆਂ ਚੀਜ਼ਾਂ ਮਿਲ ਕੇ ਹੀ ਬੋਨ ਸਟਰਕਚਰ ਬਣਦਾ ਕਿਸੇ ਵੀ ਹਿਊਮਨ ਦਾ ਜਾਂ ਕਰੈਕਟਰ ਦਾ ਜੋ ਵੀ ਹੁੰਦਾ। ਜਿਵੇਂ ਅਸੀਂ ਐਕਟਿੰਗ, ਮੈਂ ਜਦੋਂ ਥੋੜ੍ਹੀਆਂ ਜਿਹੀਆਂ ਕਲਾਸਿਸ ਲਈਆਂ ਸੀਗੀਆਂ ਤਾਂ ਉਦੋਂ ਮੈਨੂੰ ਇਹੀ ਦੱਸਿਆ ਗਿਆ ਸੀਗਾ ਕਿ ਬੋਨ ਸਟਰਕਚਰ ਹੁੰਦਾ ਕਿਸੇ ਕੈਰੈਕਟਰ ਦਾ, ਅਤੇ ਜੇ ਤੁਸੀਂ ਉਹਨੂੰ ਫੜ ਲਓ, ਬੰਨ੍ਹ ਲਓ ਅਤੇ ਖੜਾ ਲਓ, ਇਹਦਾ ਮਤਲਬ ਕਿ ਫਿਰ ਤੁਸੀਂ ਬਲਿੰਕ ਵੀ ਕਰੋਗੇ ਅਤੇ ਉਹ ਸਰਤਾਜ ਨਹੀਂ ਹੋਏਗਾ, ਉਹ ਦੀਦਾਰ ਹੀ ਹੋਣਾ। ਸੋ ਆਈ ਥਿੰਕ ਥਰੂ ਆਊਟ ਉਹ ਜਰਨੀ ਰਹੀ ਹੈ ਇੱਦਾਂ। ਬਟ ਜਿੱਦਾਂ ਮੈਥਡ ਐਕਟਿੰਗ ਦੀ ਗੱਲ ਕਰਦੇ ਆ, ਮੇਰੇ ਲਈ ਉਹ ਥੋੜ੍ਹਾ ਜਿਹਾ ਟਫ ਆ। ਮੈਂ ਮਤਲਬ ਕਿ ਇਮੀਡੀਏਟਲੀ ਜਸਟ ਟੂ ਫੀਲ ਦੈਟ ਪਰਸਨ, ਚਲੋ ਜੀ ਇਨ, ਖਤਮ, ਚਲੋ ਜੀ ਆਊਟ। ਸੋ ਉਹ ਥੋੜ੍ਹਾ ਜਿਹਾ ਜੋਵੀਅਲ ਰੱਖਣਾ ਵੀ ਪੈਂਦਾ ਓਬਵੀਅਸਲੀ। ਜੇ ਤੁਸੀਂ ਬਹੁਤ ਹੀ ਸੀਰੀਅਸ ਰੱਖੋਗੇ ਸਾਰਿਆਂ ਨੂੰ, ਮੇਰਾ ਤਾਂ ਪਹਿਲੇ ਇੰਨੀ ਜ਼ਿਆਦਾ ਪਰਸੈਪਸ਼ਨ ਖਰਾਬ ਆ ਕਿ ਅੱਛਾ ਇਹ ਪਤਾ ਨਹੀਂ ਬੋਲਦੇ ਕਿ ਨਹੀਂ, ਪਤਾ ਨਹੀਂ ਕਿਹੜੀ ਗੱਲ ਗੁੱਸੇ ਹੋ ਜਾਣਗੇ, ਦਿਸ ਦੈਟ, ਇਹਦਾ ਕੁਛ ਵੀ ਨਹੀਂ ਹੈਗਾ। ਸ਼ੀ ਕੈਨ ਟੈਲ ਬੈਟਰ ਪ੍ਰੋਬੇਬਲੀ। ਸੋ ਆਈ ਟਰਾਈ ਟੂ ਮੇਕ ਥਿੰਗਸ ਲਾਈਟਰ ਐਜ਼ ਇਟ ਕੁਡ ਬੀ। ਸੋ ਜਿੱਦਾਂ ਤੁਹਾਡਾ ਇੱਕ ਔਰਾ ਹੈ ਨਾ, ਇੱਦਾਂ ਹੀ ਨੀਰੂ ਮੈਡਮ ਦਾ ਇੱਕ ਔਰਾ ਹੈ, ਮਤਲਬ ਸਭ ਨੂੰ ਲੱਗਦਾ ਕਿ ਹਾਂਜੀ ਇਹ ਨੀਰੂ ਬਾਜਵਾ ਹੈ, ਸੋ ਉਹ ਨਹੀਂ, ਇਹ ਨੀਰੂ ਬਾਜਵਾ ਆ, ਇਹ ਨੀਰੂ ਬਹੁਤ ਸਾਰੇ ਆ, ਮੇਰੇ ਵਰਗਾ ਤਾਂ ਨੀਰੂ ਬਾਜਵਾ ਹੈ ਨਾ। ਸੋ ਇਹ ਆਪਸੀ ਕੰਪੈਟੇਬਿਲਿਟੀ ਜਿਹੜੀ ਸੀ, ਇਹਨੂੰ ਟਾਈਮ ਲੱਗਿਆ ਔਨ ਆਫ ਹੋਣ ਦੇ ਵਿੱਚ, ਜਾਂ ਫਰਸਟ ਟੇਕ ਫਰਸਟ ਸ਼ਾਟ ਡਨ ਸੀਗਾ? ਇੰਸਟੈਂਟ। ਹਾਂ ਯਾਰ, ਆਈ ਥਿੰਕ ਇਟ ਵਾਸ ਇੰਸਟੈਂਟ। ਅਸੀਂ ਪਹਿਲੀ ਵਾਰ ਇੱਕ ਸ਼ਾਟ ਸੀਗਾ, ਉਹ ਅਸੀਂ ਪਤਾ ਨਹੀਂ ਕਦੋਂ ਦਿਖਾਵਾਂਗੇ। ਉਹਦੇ 'ਚ ਮੈਂ ਸੰਤੋਸ਼ ਜੀ ਕੈਨ ਸੈਕਿੰਡ ਦਿਸ ਥਿੰਗ ਕਿ ਮੈਂ ਉਹਨੂੰ ਕਿਹਾ ਕਿ ਯਾਰ ਵੀ ਮੈਂ ਹੈ ਨਾ, ਇਟ ਵਾਸ ਵੈਰੀ ਇੰਟੀਮੇਟ ਕਾਈਂਡ ਆਫ ਸੀਨ ਐਂਡ ਸਿਟਿੰਗ ਐਂਡ ਲੁਕਿੰਗ ਈਚ ਅਦਰ, ਐਂਡ ਆਈ ਟੋਲਡ ਹਿਮ ਦੈਟ ਦਿਸ ਵਾਸ ਸੋ ਕੀ ਕਹਿੰਦੇ ਹੁੰਦੇ, ਸਰਰੀਅਲ, ਰੀਅਲ ਐਂਡ ਅਨਰੀਅਲ ਹੋ ਗਏ, ਸਰਰੀਅਲ। ਸੋ ਇਟ ਵਾਸ ਵੈਰੀ ਵੈਰੀ ਇਫੈਕਟਿਵ। ਗੁੱਡ। ਸੋ ਇੱਕ ਚੀਜ਼ ਮੈਨੂੰ ਬਹੁਤ ਮਤਲਬ ਦੋ ਚੀਜ਼ਾਂ ਬਹੁਤ ਜ਼ਿਆਦਾ ਰਿਲੇਟ ਕਰ ਸਕਦੀਆਂ ਮੈਂ ਪਰਸਨਲੀ ਜੇ ਕਹਾਂ। ਇੱਕ ਤਾਂ ਨੀਰੂ ਦਾ ਉਹ ਪਾਰਟ ਜੋ ਲਾਸਟ ਦੇ 2-3 ਮਿੰਟਸ ਦੇ ਵਿੱਚ ਹੈ, ਕਿਉਂਕਿ ਉਹ ਹਰ ਇੱਕ ਕੁੜੀ ਦੇ ਜ਼ਿੰਦਗੀ ਦੇ ਵਿੱਚ ਆਉਂਦਾ ਹੀ ਆਉਂਦਾ। ਇੱਕ ਜੋ ਕਾਲਜ ਲਾਈਫ ਹੈ ਨਾ, ਸੋ ਮੈਨੂੰ ਮੇਰੀ ਫਰੈਸ਼ਰ ਯਾਦ ਆ ਗਈ, ਤੁਹਾਨੂੰ ਨਹੀਂ ਆਈ ਸੀ? 100% ਲੈ, ਫਰੈਸ਼ਰ ਵੀ ਫੇਅਰਵੈਲ ਵੀ ਦੋਨੋਂ ਹੀ ਹੈ ਨਾ। ਓਕੇ, ਸੋ ਕਿੰਨਾ ਕੁ ਮਤਲਬ ਮੈਂ ਸੁਣਿਆ ਕਿ ਯੂਥ ਫੈਸਟ ਦੇ ਵਿੱਚ ਤੁਹਾਡਾ ਖਾਸਾ ਯੋਗਦਾਨ ਰਹਿੰਦਾ ਸੀਗਾ, ਲੇਕਿਨ ਕੁਛ ਇਹੋ ਜਿਹੀਆਂ ਚੀਜ਼ਾਂ ਵੀ ਹੁੰਦੀਆਂ ਨੇ ਜੋ ਐਕਟਿੰਗ ਟਾਈਮ ਦੇ ਵਿੱਚ ਅਸੀਂ ਰੀਅਲ ਟਾਈਮ ਦੀਆਂ ਪੁੱਟ ਔਨ ਕਰਦੇ ਰਹੇ ਹਾਂ, ਸੋ ਉਹ ਕੀ ਸੀਗਾ? ਨਹੀਂ, ਜੇ ਤੁਹਾਡੀ ਜ਼ਿੰਦਗੀ 'ਚ ਉਹ ਚੀਜ਼ਾਂ ਹੈਪਨ ਹੋਈਆਂ ਹੁਣ, ਓਬਵੀਅਸਲੀ ਬਹੁਤ ਜ਼ਿਆਦਾ ਬੈਨੀਫਿਸ਼ਰੀ ਹੋ ਜਾਂਦੀਆਂ ਤੁਹਾਨੂੰ, ਤੁਸੀਂ ਕੋਰਿਲੇਟ ਕਰ ਲੈਂਦੇ ਆ, ਨੋਸਟੈਲਜਿਕ ਫੀਲ ਕਰਕੇ ਉਹ ਪੋਰਟਰੇ ਕਰ ਦਿੰਦੇ ਆ, ਸੋ ਮੈਨੀ ਥਿੰਗਸ। ਜਿੱਦਾਂ ਅਸੀਂ ਕਾਲਜ ਹੁੰਦੇ ਸੀ ਅਤੇ ਮੈਂ ਇੰਡੀਅਨ ਆਰਕੈਸਟਰਾ ਦੇ ਵਿੱਚ ਦਿਲਰਬਾ ਵਜਾਉਂਦਾ ਹੁੰਦਾ ਸੀ, ਹੈ ਨਾ। ਫਿਰ ਜਦੋਂ ਯੂਨੀਵਰਸਿਟੀ ਆਏ, ਚਲੋ ਮਾਸਟਰਸ ਇਨ ਵੋਕਲਸ ਹੋਣ ਲੱਗ ਗਈ, ਫਿਰ ਤੁਸੀਂ ਗਾਉਣ ਲੱਗ ਗਏ, ਰਿਪਰੈਜ਼ੈਂਟ ਕਰਨ ਲੱਗ ਗਏ ਆਪਣੇ ਕੈਂਪਸ ਨੂੰ ਸਮਹਾਓ। ਫਿਰ ਤੁਸੀਂ ਕਲਚਰਲ ਕਨਵੀਨਰ ਹੋ ਗਏ ਯੂਨੀਵਰਸਿਟੀ ਦੇ, ਹੈ ਨਾ, DR ਹੋ ਗਏ, ਆਪਣੇ ਡਿਪਾਰਟਮੈਂਟ ਰਿਪਰੈਜ਼ੈਂਟੇਟਿਵ ਹੋ ਗਏ। ਉਹ ਸਾਰੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਤੁਹਾਡੀ ਇੰਸਰਟ ਕਰਦੀਆਂ ਰਹਿੰਦੀਆਂ ਉਹ ਚੀਜ਼ਾਂ ਸਟੂਡੈਂਟਸ ਲਾਈਫ ਦਾ ਖਾਸ ਤੌਰ 'ਤੇ, ਕਿ ਕਿਹੜੀਆਂ ਚੀਜ਼ਾਂ ਹੁੰਦੀਆਂ ਜਿੱਦਾਂ ਨਾਲ ਇੱਕ ਕੰਪਲੀਟ ਸਟੂਡੈਂਟ ਬਣਦਾ। ਸੋ ਦੈਟ ਸੋਰਟ ਆਫ ਥਿੰਗਸ ਹੈਲਪਡ ਅ ਲੋਟ।
ਰਾਈਟ, ਸੋ ਤੁਸੀਂ ਇਸ ਦੇ ਵਿੱਚ ਪੰਜਾਬੀ 'ਚ ਜੇ ਰਫ ਲੈਂਗੁਏਜ ਕਹਿ ਦਈਏ ਵੀ ਆਸ਼ਕੀ ਮਾਰਦੇ ਹੋਏ, ਲੇਕਿਨ ਜੇ ਸੌਫਟ ਲੈਂਗੁਏਜ 'ਚ ਕਹੀਏ ਕਿ ਹਾਂਜੀ ਕਿਸੇ ਲਈ ਲਾਈਕਿੰਗ ਹੈ, ਹਾਂ ਕਿਸੇ ਦੇ ਲਈ ਲਾਈਕਿੰਗ ਹੈ, ਕੋਈ ਚੰਗਾ ਲੱਗਦਾ ਹੈ, ਜੋ ਜੱਚਦਾ ਹੈ। ਸੋ ਇਹ ਐਕਚੁਅਲ 'ਚ ਹੋਇਆ ਕਿਸੇ ਨੂੰ ਕਮੈਂਟ ਕੀਤਾ ਹੋਵੇ, ਕਿਸੇ ਨੂੰ ਅਪਰੀਸ਼ੀਏਟ ਕੀਤਾ ਹੋਵੇ ਕਿ ਫਿਲਮ 'ਚ ਹੀ ਸਾਰੇ ਫੀਲਿੰਗਾਂ ਚੱਕ ਲੀਆਂ ਨੇ? ਹਾਂ, ਫਿਲਮ ਦੇ ਵਿੱਚ ਹੀ ਸਾਰੀ ਅਸੀਂ ਫੀਲਿੰਗ ਲੈ ਲੈਂਦੇ ਹਾਂ। ਨਹੀਂ, ਰੀਅਲ ਲਾਈਫ 'ਚ ਨਹੀਂ ਕੀਤਾ। ਨਹੀਂ, ਯੂਜੂਅਲੀ ਈਜ਼ੀਲੀ ਕੰਪਲੀਮੈਂਟ ਕਰਦੇ ਹੋ ਤੁਸੀਂ? ਹਾਂਜੀ, ਮਤਲਬ ਨੋਰਮਲੀ? ਹਾਂ ਹਾਂ, ਜੇ ਮੈਨੂੰ ਕੁਝ ਮਤਲਬ ਨਹੀਂ, ਐਕਚੁਅਲੀ ਮੇਰੇ ਹਸਬੈਂਡ ਕਹਿੰਦੇ ਮੈਂ ਈਜ਼ੀਲੀ ਨਹੀਂ ਕੰਪਲੀਮੈਂਟ ਦਿੰਦੀ, ਸ਼ਾਇਦ ਨਹੀਂ ਦਿੰਦੀ ਈਜ਼ੀਲੀ, ਬਟ ਆਈ ਥਿੰਕ ਆਈ ਡੂ। ਓਕੇ, ਸਪੈਸ਼ਲੀ ਗਰਲਸ। ਆਓ ਤਾਂ ਅਸੀਂ ਦੇਖਦੇ ਹਾਂ। ਸਾਈਕਲ ਕਿੰਨਾ ਕੁ ਚਲਾਇਆ ਹੈ ਫਿਰ? ਸਾਈਕਲ ਤਾਂ ਮੈਂ ਬਹੁਤ ਚਲਾਉਣੀ ਆ, ਸਟੇਸ਼ਨਰੀ ਸਾਈਕਲ। ਮੈਂ ਸਪਿਨਿੰਗ ਬਹੁਤ ਕਰਦੀ ਹਾਂ, ਮੇਰੇ ਘਰ 'ਚ ਹੀ ਆ ਸਾਈਕਲ। ਸੋ ਆਈ ਲਵ ਸਪਿਨਿੰਗ, ਆਈ ਲਵ ਸਾਈਕਲਿੰਗ। ਇਹ ਫਿਲਮ 'ਚ ਜ਼ਿਆਦਾ ਚਲਾਇਆ ਜਾਂ ਅਸਲ ਜ਼ਿੰਦਗੀ 'ਚ? ਅਸਲ ਜ਼ਿੰਦਗੀ 'ਚ ਜ਼ਿਆਦਾ। ਫਿਲਮ 'ਚ ਹਾਂ, ਫਿਲਮ 'ਚ ਤਾਂ ਬਸ ਉਹ ਐਂਟਰੀ ਤੋਂ ਲੈ ਕੇ ਟੂ ਦ ਡੋਰ, ਗੇਟ ਤੱਕ ਲੈ ਕੇ ਨਹੀਂ ਕੀਤਾ। ਫਿਰ ਨਾਲ ਸਪੋਰਟਸ ਹੁੰਦੇ ਸੀ ਨਾ ਕਿ ਅੱਛਾ ਸਾਈਕਲ ਲੈ ਆਈਏ ਮੈਡਮ ਕਾ। ਅੱਛਾ, ਉਹ ਸਹੀ ਹੈ। ਸਾਈਕਲ ਯੂਜੂਅਲੀ ਤੁਸੀਂ ਤਾਂ ਇੱਦਾਂ ਚਲਾਉਂਦੇ ਹੋ? ਹਾਂ, ਮੈਂ ਵੀ ਵੈਸੇ ਇੱਦਾਂ ਹੀ ਚਲਾਇਆ। ਇੱਦਾਂ ਵਾਲਾ ਆਈਡੀਆ ਕਿਹਦਾ ਹੈ ਸਰਤਾਜ ਜੀ? ਉਹ ਥੋੜਾ ਚੱਕਮਾ ਵੀ ਤਾਂ ਬਣਨਾ ਪੈਂਦਾ। ਉਹ ਅਸਲ ਜ਼ਿੰਦਗੀ 'ਚ ਇੱਦਾਂ ਚਲਾਉਂਦੇ ਜਾਂ ਮਤਲਬ ਚਲਦੇ ਸ਼ੂਟ 'ਚ ਆਇਆ ਵੀ ਨਹੀਂ ਇੱਦਾਂ ਹੀ ਫੜ ਲੈਂਦੇ ਆ? ਨਹੀਂ, ਅਸੀਂ ਜਦੋਂ ਸਕੂਲ ਜਾਂਦੇ ਹੁੰਦੇ ਸੀ, ਮੈਂ ਜਦੋਂ ਪਿੰਡੋਂ ਅਸੀਂ ਚੱਬੇਵਾਲ ਪੜ੍ਹਦੇ ਸੀ, ਬਜਰੌਰ ਸਾਡਾ ਪਿੰਡ ਹੈ ਹੁਸ਼ਿਆਰਪੁਰ, ਤੇ ਜਦੋਂ ਥੋੜ੍ਹੇ ਜਿਹੇ ਤੁਸੀਂ ਕਾਈਂਡ ਆਫ ਨਾ ਆਪਣੇ ਆਪ ਨੂੰ ਕਰਨ ਲੱਗ ਜਾਂਦੇ ਕਿ ਉਹ ਆਈ ਐਮ ਸਮਥਿੰਗ ਸੋਰਟ ਆਫ, ਹੈ ਨਾ, ਫਿਰ ਤੁਸੀਂ ਥੋੜ੍ਹੇ ਜਿਹੇ ਸਟਾਈਲਿਸ਼ ਹੋਣ ਦੀ ਕੋਸ਼ਿਸ਼ ਕਰਦੇ ਆ ਕਿਤੇ ਨਾ ਕਿਤੇ ਦੇਖ ਕੇ। ਸੋ ਇੱਦਾਂ ਚਲਾਉਣਾ ਹੁੰਦਾ ਸੀ, ਅੱਛਾ ਯਾਰ ਇਹ ਤਾਂ ਵੈਰੀ ਕਾਮਨ, ਇੱਦਾਂ ਚਲਾਇਆ ਥੋੜਾ ਮੈਚੋ ਲੱਗਦਾ। ਸੋ ਜਦੋਂ ਇਹਨਾਂ ਦਾ ਸਲੋ ਮੋਸ਼ਨ ਸ਼ਾਟ ਵੀ ਆਇਆ, ਦੇਖਿਆ ਉਹ? ਹਾਏ ਹਾਏ। ਤੇ ਪ੍ਰਿੰਸ ਨੂੰ ਮੈਂ ਅੱਗੇ ਬਿਠਾਇਆ ਹੋਇਆ, ਯੂ ਕੈਨ ਸੀ ਦੈਟ ਜੀ। ਜਦੋਂ ਤੁਸੀਂ ਕਿੰਨਾ ਸਾਈਕਲ ਚਲਾਇਆ ਫਿਲਮ 'ਚ? ਤੁਸੀਂ ਤੂੰ ਤਾਂ ਵਾਹ ਹੀ ਚਲਵਾ ਲਿਆ। ਅਸੀਂ ਉਹ ਕਿਰਾਏ ਤੇ ਸਾਈਕਲ ਚਲਾਉਂਦੇ ਸੀ ਛੋਟੇ ਹੁੰਦੇ ਆ, ਘਰੋਂ ਭੱਜ ਕੇ ਜਦੋਂ 10 ਚਵਾਨੀ ਮਿਲਦੀ ਸੀ ਤਾਂ ਸਾਈਕਲ ਕਿਰਾਏ ਤੇ ਲੈਂਦੇ ਹੀ ਫਿਰ ਚਲਾਉਂਦੇ। ਉਹ ਮਜ਼ਾ ਅਲੱਗ ਹੀ ਸੀ ਸਾਈਕਲ ਦਾ। ਤਦੋਂ ਮੈਨੂੰ ਮਜ਼ਾ ਤੇ ਆਇਆ ਤੁਹਾਡੇ ਜਵਾਬ ਤੋਂ ਪੰਜਾਬੀ ਵਿੱਚ ਸੁਣ ਕੇ। ਇਹ ਅੰਮ੍ਰਿਤਸਰ ਤੋਂ ਨੇ? ਹਾਂਜੀ, ਮੈਨੂੰ ਪਤਾ ਹੈ, ਲੇਕਿਨ ਇਹ ਅੰਮ੍ਰਿਤਸਰ ਤੋਂ ਬੰਬੇ ਕੇ ਚਲੇ ਗਏ ਤਾਂ ਪੰਜਾਬੀ ਬਹੁਤ ਛੋਟੇ ਸੀ ਜਦੋਂ ਚਲੇ ਗਏ ਸੀ, ਦੈਟਸ ਵਾਈ ਮੈਨੂੰ ਲੌਸਟ। ਪਰ ਨਹੀਂ, ਇਹ ਜਵਾਬ ਸੁਣ ਕੇ ਮੈਨੂੰ ਸੱਚੀ ਬੜਾ ਆਨੰਦ ਆਇਆ। ਉਹ ਜਿਹੜੀ ਦੌੜ ਦਾ ਸੀਨ ਆ, ਇਹਨਾਂ ਨੂੰ ਪੁੱਛੋ ਜਰਾ, ਇਹਨਾਂ ਨੇ ਮੈਨੂੰ ਕਿੰਨਾ ਕੁ ਦੌੜਾਇਆ। ਫੁੱਟਬਾਲ ਗਰਾਊਂਡ ਦੀਆਂ 25 ਗੇੜੇ ਲਗਵਾਤੇ। ਮਜ਼ਾ ਆ ਰਿਹਾ ਸੀ ਆਪਕੋ ਤਾਂ? ਨਹੀਂ, ਤੁਹਾਨੂੰ ਆ ਰਿਹਾ ਸੀ ਕਿ ਇਹਨਾਂ ਨੂੰ ਆ ਰਿਹਾ ਸੀ? ਸਰ ਕੋ ਆ ਰਿਹਾ ਮੇਰੇ ਕੋ। ਮੈਂ ਵੀ 16 ਗੇੜੇ ਲਾ ਕੇ ਮੈਂ ਕਿਹਾ ਹੁਣ ਵਾਰਮ ਅਪ ਹੋਏ ਆ, ਚਲੋ ਖੇਡੀਏ। ਨਾਲ ਜਿਹੜੇ ਕੋ ਐਕਟਰ ਸੀਗੇ, ਮੈਨੂੰ ਲੱਗਦਾ ਉਹ ਐਕਚੁਅਲੀ ਹਾਕੀ ਦੇ ਸਾਡੇ ਇੰਡੀਅਨ ਜੂਨੀਅਰ ਹਾਕੀ ਦੇ ਪਲੇਅਰ ਸੀ, ਕੋਈ ਨਿਊਜ਼ੀਲੈਂਡ ਤੋਂ ਸੀ, ਕੋਈ ਕੈਨੇਡਾ ਤੋਂ ਸੀਗਾ। ਤੇ ਉਹ ਕਹਿੰਦੇ ਭਾਜੀ ਯਾਰ ਅੱਛਾ ਕਮਾਲ, ਠੀਕ ਆ। ਮੈਂ ਕਿਹਾ ਕੋਈ ਨਹੀਂ, ਐ ਨਾ ਜਾਣੇ। ਅੱਛਾ, ਹੁਣ ਥੋੜਾ ਜਿਹਾ ਦੂਸਰਾ ਜਿਹੜਾ ਪਾਰਟ ਹੈ ਇਸ ਹੁੰਦਾ, ਤਾਂ ਤੁਹਾਡੇ ਕੋਲੋਂ ਪਹਿਲੇ ਜਾਣਨਾ ਚਾਹਾਂਗੇ, ਤੁਸੀਂ ਬੇਸ਼ੱਕ ਇਹ ਗੱਲ ਕਹੀ ਹੈ ਕਿ ਇਹ ਸਾਡੇ ਆਮ ਸਮਾਜ ਦਾ ਹੀ ਹਿੱਸਾ ਹੈ ਕਿ ਕੋਈ ਕੁੜੀ ਹੈ ਜੇ ਉਹ ਜ਼ਿਆਦਾ ਆਊਟਸਪੋਕਨ ਹੈ ਜਾਂ ਉਹ ਜ਼ਿਆਦਾ ਲਾਈਵਲੀ ਮਤਲਬ ਜੀਣਾ ਪਸੰਦ ਕਰਦੀ ਹੈ, ਆਪਣੇ ਆਪ ਨੂੰ ਸਵਾਰਨਾ ਪਸੰਦ ਕਰਦੀ ਹੈ, ਤਾਂ ਉਹਦਾ ਕ੍ਰਿਟਿਸਾਈਜ਼ ਬਹੁਤ ਕੀਤਾ ਜਾਂਦਾ ਹੈ ਸਮਾਜਿਕ ਤੌਰ 'ਤੇ। ਇਹ ਹੁਣ ਵੀ ਹੈਗਾ ਹੈ ਨਾ, ਬਟ ਸ਼ਾਇਦ ਹੁਣ ਤੱਕ ਕਿਸੇ ਫਿਲਮ 'ਚ ਨਹੀਂ ਉਸ ਤਰੀਕੇ ਦੇ ਨਾਲ ਵਿਖਾਇਆ ਗਿਆ। ਸੋ ਤੁਸੀਂ ਇਸ ਚੀਜ਼ ਨੂੰ ਓਬਜ਼ਰਵ ਕੀਤਾ ਐਂਡ ਫਿਲਮ ਦੇ ਵਿੱਚ ਵਿਖਾਇਆ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ ਔਰ ਤੁਸੀਂ ਸੋਸ਼ਲੀ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਵਾਕਈ ਇਹ ਬਹੁਤ ਇੱਕ बैड पार्ट है साढ़े सोसाइटी का? नहीं, जैसे मैंने ना, मैं जब वहाँ पे था कपिल शर्मा शो में जा रहा था, उससे पहले मैं यूट्यूब चेक कर रहा था। तो यूट्यूब में देखा था, मैं अपने असिस्टेंट को बोला देख क्या है, तो उसमें देखा था कि वर्ल्ड वाइज 22% रेशियो है जो मेंटल हरेसमेंट होती है या सोशल हरेसमेंट या फिजिकली होती है, ये चीज़ें, ये 22% मिनिमम है, ये कम है वर्ल्ड वाइज। तो मतलब ये आज भी होता है, इतनी चीज़ें एडवांस, लेडीज़ पायलट है, ये है वो है, बट जेंडर तो वही लगता है कि एक औरत फर्स्ट टाइम पायलट बनी, एक लड़की फर्स्ट टाइम ये हुई, एक लड़की फर्स्ट टाइम ये हुई, तो वो तो आज भी है, बट रेशो कम होती जा रही है, बट कहीं ना कहीं ये चीज़ें आज भी बनी हुई हैं। तो बट कुछ लोग ऐसे हैं जो इन चीज़ों को आज भी समझने की कोशिश नहीं करते। आज जो बैकवर्ड एरिए हैं, जो स्मॉल टाउन है, तो वो उनको लगता है यार हम उनके साथ गलत नहीं, रेप नहीं कर रहे तो गलत नहीं कर रहे, उनको ऐसा नहीं कर रहे, टच नहीं कर रहे तो गलत नहीं कर रहे। बट जो वर्किंग स्पेस है उसमें काफ़ी ज़्यादा उनको प्रॉब्लम्स होती हैं लड़कियों को। तो जो कुछ लड़कियां घर पे बता पाती हैं, कुछ नहीं बताती, तो ये आज भी बहुत बड़ा हिस्सा है जो हम अवॉइड करते नहीं, अभी लड़की बहुत मॉडर्न होगी, अभी ये है वैसा है। बट ये चेंज होना चाहिए, आज भी लोगों को समझना, जैसे सरताज जी ने बोला कि उनको ज़्यादा जगह देनी चाहिए। तो अगर हम उनको 70% जगह देंगे तब जाकर उनको 30% जगह मिलेगी।
तो ये सबको सोचना चाहिए, क्योंकि है तो आपकी बेटी, माँ, बहन, सब तो वही है। आप उनके लिए केयर करते हो तो दूसरे के लिए क्यों केयर नहीं करते? बिल्कुल। सो नीरू डॉटर ने, सिस्टर ने, मदर ने, वाइफ ने, है ना। सो तुसी एक मतलब विमन हो के भी ਇੰਨੇ ਸਾਰੇ ਰਿਸ਼ਤੇ ਨਿਭਾ ਰਹੇ ਹੋ। ਤੁਸੀਂ ਇਸ ਚੀਜ਼ ਨੂੰ ਆਪਣੇ ਕਿਰਦਾਰ ਦੇ ਵਿੱਚ ਢਾਲਿਆ ਹੈ ਔਰ ਪਰਦੇ ਤੇ ਲੈ ਕੇ ਆਏ ਹੋ। ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਔਰ ਤੁਹਾਨੂੰ ਕੀ ਲੱਗਦਾ ਉਹਨਾਂ ਕੁੜੀਆਂ ਦੇ ਲਈ ਜੋ ਜੀਣਾ ਚਾਹੁੰਦੀਆਂ ਨੇ ਪਰ ਇਹੋ ਜਿਹੇ ਆਸ-ਪਾਸ ਕਰਕੇ ਜੀ ਹੀ ਨਹੀਂ ਪਾ ਰਹੀਆਂ? बहुत दुख महसूस होता है। इट सैडन्स मी कि ये चीज़ अज भी साडी सोसाइटी च मैनू पता जो मैं भी पहली बार इंडिया जा रही सी तो मेरे मम्मी डैडी का की हाल सी, मतलब डरे हुए सी बिल्कुल कि पता नहीं कुड़ी नूं कित्थे भेज रहे हैं, बॉम्बे किसी नूं जानते नहीं की होगा। एंड ऑब्वियसली क्योंकि वो इस सोसाइटी नूं बिलोंग करते हैं, उन्होंने पता कि कुड़ियां की फेस करदियां। सून एज तुसीं वो डिसीजन ले लैंदे टू लीव द हाउस, बिकम इंडिपेंडेंट, तो की होंदा मतलब बस स्टॉप ते खड़ी थोनू लोकी छेड़ दिंदे हैं, थोनू गलत नज़र नाल देखते हैं। सो यू एज सून एज यू स्टैप आउट ऑफ द हाउस you're free target. So मतलब एक बहुत सिंपल चीज़ है कि एक कुड़ी मेहनत करके कुछ बनना चाहती है बट कुछ स्टूपिड चीज़ों लिए वो नहीं कर पाती, या कोई उन्होंने ब्रेक डाउन करने की कोशिश कर रहा है इन सोसाइटी। हर मोड़ ते थोनू तोड़न की कोशिश करेंगे। इफ़ यूर स्ट्रॉन्ग पर्सनैलिटी वो भी कुड़ी होगी, क्योंकि वो मेल ईगो नू ज़्यादातर सूट नहीं करता। तो yes, it's a patriarchal society that we belong to. So जे थोड़े कोल ओपिनियन आ तो फिर थोनू शट डाउन करने की कोशिश करेंगे। जे तुसी ज़्यादा हंसते हो तो थोन लोगों के आप परसेप्शन होगा कि ओ शी इज़ ईजी, चलो बाहर लेके जाने हैं। सो इट्स ऑल वेरी सैड, इट्स वेरी सैड। एंड आई होप कि इस फिल्म के जरिए असी थोड़ा जा चेंज ला सकिए। ओके, क्योंकि सब नूं ये लगता है कि तुसी एक सुपरस्टार हो, सो तुहाडी लाइफ तो बड़ी स्मूथ गई होएगी, तुसी तो इदां ही रहने हो, तुहाडी आही दुनिया है। बट आई एम श्योर कि हर जर्नी, कुड़ी दी जर्नी दे विच बहुत कुछ हुंदा है। सो एक हुंदा हड बीती, एक हुंदा जग बीती। किरदार दा फर्स्ट जिहड़ा तुसी दिखाया कि असीं पहले कीता जो शूट है ना, वो जिहड़ा एक थोड़ा जिहा डिप्रैस्ड है। सो वो हड या जग बीती दोनों दी कोई चीज़ सी जो उस टाइम शूट करदे टाइम राबिया दे अंदर एक फील लैके आ रही सी? सी मैनू भी काफ़िया ने तोड़न की कोशिश की थी थ्रू आउट माई जर्नी, बट मैं टुट्टी नहीं लकली। आई वॉज वेरी स्ट्रोंग। तो वो जो कम्यूनिकेशन सी मम्मी डैडी नाल, वो आई कुड हैव दैट कम्यूनिकेशन, सपोर्ट सिस्टम सी मेरे को। बट जो राबिया टुटदी है इस फिल्म ਉਹਦੇ ਨਾਲ आई हैड टू डिग डीपर। ਉਹਦੇ ਲਈ ਮੇਰੇ ਕੋਲ एक्सपीरियंस नहीं सीगा। हाँ, मतलब जो कुछ she went through, I've experienced many things like that, but ਉਹਦੇ ਲਈ ਮੈਨੂੰ बहुत रिसर्च करनी पई। काफ़ी जो कुड़ियाँ who had many things, very bad things happen to them, वो सब कुछ रिसर्च करना पिया। and even like mental disorders, I studied all mental stuff, and so yeah. ओके, सो फिल्म के गाने बहुत पसंद किए जा रहे, किरदार नूं तां पसंद करते ही नहीं। और रिसेंटली तुहाडे लाइव कॉन्सर्ट दे विच संजय दत्त जी आए सीगे। तुहानूं पता उन्होंने बड़ियां फिल्मां उन्हां दियां जिहड़ियां हिट गईयां ने, सिनेमैटोग्राफी उहदी कीती। सो डिस्कस वगैरह कीता तुसीं आपस च? मैं ते शो ते सीगा, उदों ही आए ते ड्यूरिंग शो ही वो लीव कर गए सी, पर दादू नाल उन्हां दी काफ़ी बात गज हुई है। सरप्राइज सीगा वो? हाँ जी 100%। हाँ ओके, सो दैट्स गुड। ते कपिल शर्मा शो भी तुहाडा जमा ही घैंट गया है ना? थैंक यू। ਹੁਣ ਅਸੀਂ ਕੀ ਕਹੀਏ, ਤੁਸੀਂ ਦੱਸੋ। ਮੈਂ ਸਾਨੂੰ ਤਾਂ ਬਹੁਤ ਹੀ ਪਸੰਦ ਆ ਰਿਹਾ, ਮਤਲਬ ਪਤਾ ਨਹੀਂ ਹੁਣ ਸੱਚ ਹੈ ਕਿ ਨਹੀਂ। ਇਹਨਾਂ ਨੇ ਫੋਟੋ ਦੇਖ ਕੇ ਹਾਂ ਕੀਤੀ, ਤੁਸੀਂ ਇਹ ਸੋਚਦੇ ਹੋ ਵੀ ਇਹ ਇੰਨੇ ਸ਼ਾਇਰ ਨੇ ਤੇ ਇੰਨੇ ਜ਼ਿਆਦਾ ਸ਼ਾਇਰਾਨਾ ਕਿਵੇਂ ਨੇ? ਸੋ ਦੱਦੂ ਦੀ ਤਾਂ ਬਾਤਾਂ ਹੀ ਅਲੱਗ ਨੇ, ਹੈ ਨਾ। ਸੋ ਆਪਾਂ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਇਸ ਗੇਮ ਨੂੰ ਖਤਮ ਕਰਾਂਗੇ, ਕਿਉਂਕਿ ਗੇਮ ਦੇ ਨਾਲ ਸ਼ੁਰੂਆਤ ਹੋਈ ਸੀ, ਉਹ ਨਾਮ ਹੀ ਤੁਸੀਂ ਇਹੋ ਜਿਹਾ ਰੱਖਤਾ। ਤੇ ਇਹਨੂੰ ਦੇਖ ਕੇ ਕੁਛ ਯਾਦ ਆਉਂਦਾ ਤੁਹਾਨੂੰ? ਉਹਨੂੰ ਕੀ ਕਹਿੰਦੇ ਆ? ਰੇਸ ਨੂੰ। ਚਲੋ ਆ ਫੜੋ, ਪਾਸ ਕਰੋ ਅੱਗੇ। ਸੋ ਕੈਮਰਾ ਪਰਸਨ ਨੂੰ ਰਿਕੁਐਸਟ ਕੀਤੀ ਜਾਂਦੀ ਹੈ, ਪਲੀਜ਼ ਆਪਣੇ ਆਪਣੇ ਹੱਥਾਂ 'ਚ ਕੈਮਰਾ ਫੜ ਲਓ ਤੇ ਇਹ ਰੇਸ ਹੁਣ ਆਪਾਂ ਸਟਾਰਟ ਕਰਾਂਗੇ। ਦੱਦੂ ਕਿਉਂ ਸਾਡੇ ਨਾਲ ਵੀ ਖੇਡਣਾ ਬਣਦਾ ਹੈ। ਕਰੋ ਲੈ ਕੇ ਆਈ ਹਾਂ ਮੈਂ, ਦੇਖੋ। ਓਕੇ, ਮਜ਼ਾਕ ਕਰ ਰਹੀ ਹਾਂ। You won. You won. Cheers. Thank you so much. Thank you ਤੁਹਾਨੂੰ ਵੀ। ਸੋ ਇਸੇ ਦੇ ਨਾਲ
ਖੇਡਾਂ ਖੂਡਾਂ ਤੇ ਚੱਲਦੀਆਂ ਰਹਿੰਦੀਆਂ ਨੇ, ਪਰ ਇੱਕ ਬਹੁਤ ਹੀ ਸੋਹਣਾ ਜਿਹਾ ਕਨਸੈਪਟ ਜਿਹੜੇ ਨੇ ਉਹ ਕਲੀ ਜੋਟਾ ਦੀ ਟੀਮ ਲੈ ਕੇ ਆਈ ਹੈ, ਦੱਦੂ, ਨੀਰੂ ਐਂਡ ਓਬਵੀਅਸਲੀ ਸਰਤਾਜ। ਸੋ ਮੇਰਾ ਇਹ ਬਹੁਤ ਹੀ ਪਰਸਨਲ ਜੌਨਰ ਹੈ, ਸੋ ਆਮ ਸ਼ੋਰ ਕਿ ਜਦੋਂ ਵੀ ਅੱਛਾ ਸਿਨੇਮਾ ਆਉਂਦਾ ਹੈ ਤੇ ਤੁਹਾਨੂੰ ਵੀ ਸਪੋਰਟ ਕਰਨਾ ਚਾਹੀਦਾ ਹੈ ਔਰ ਬਣਦਾ ਵੀ ਹੈ, ਤਾਂ ਹੀ ਸਾਡੇ ਪੰਜਾਬੀ ਸਿਨੇਮਾ ਦਾ ਮਿਆਰ ਜਿਹੜਾ ਹੈ ਉੱਚਾ ਜਾਏਗਾ। ਫਿਲਹਾਲ ਗਾਇਕੀ ਦਾ ਮਿਆਰ ਹੋਰ ਉੱਚਾ ਕਰਦੇ ਹਾਂ, ਮਾਹੌਲ ਨੂੰ ਥੋੜ੍ਹਾ ਜਿਹਾ ਆਪਾਂ ਕਰਦੇ ਹਾਂ। ਆ ਦੇਖ ਰੌਣਕਾਂ ਲਾਈਆਂ ਨੇ ਅੱਜ ਚਾਨਣੀਆਂ ਮੰਗਵਾਈਆਂ ਨੇ, ਭੰਗ ਪੀ ਲਈ ਪੌਰ ਸ਼ੁਦਾਈਆਂ ਨੇ, ਕਲੀਆਂ ਨੂੰ ਟਿੱਚਰ ਕੀਤੀ ਏ ਜੋ ਹੱਥ ਕਦੀ ਨਾ ਲਾਉਂਦੇ ਸੀ, ਜੋ ਹੱਥ ਕਦੀ ਨਾ ਲਾਉਂਦੇ ਸੀ, ਦੂਰੋਂ ਹੀ ਨਾ ਫਰਮਾਉਂਦੇ, ਅਜੇ ਉਹਨਾਂ ਨੇ ਵੀ ਪੀਤੀ ਏ, ਚੱਲ ਨੱਚੀਏ ਨਾਚ ਅਨੋਖਾ, ਚੱਲ ਨੱਚੀਏ ਨਾਚ ਅਨੋਖਾ, ਲੇਖਾਂ ਨੂੰ ਦੇ ਕੇ ਧੋਖਾ ਤੇ ਰੰਗ ਸੁੱਟੀਏ ਫਿੱਕਿਆਂ ਚਾਵਾਂ ਤੇ, ਕੁਛ ਗੱਲ ਕਰੀਏ ਦਿਲ ਭਰੀਆਂ ਦੀ, ਜ਼ਿੰਦਾ ਦਿਲੀਆਂ ਨਾਲ ਭਰੀਆਂ ਦੀ, ਦਸਖਤ ਕਰਨ ਹਵਾਵਾਂ ਤੇ। क्या बात है, बहुत खूब, ऑल द वेरी बेस्ट एंड कंग्रेचुलेशंस, थैंक यू सो वेरी मच। सो जी बस तुसी इत्थे दा साथ बनाए रखो, कीप स्पॉटिंग एंड कीप वॉचिंग सिने पंजाबी। फिलहाल दे लई दिओ इजाजत, अपना ते अपनियां दा रखो ख्याल, स्टे पॉजिटिव, सत श्री अकाल।